ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਬੱਚੇ ਤੁਹਾਨੂੰ ਪਤਾ ਹੈ ਕਿ ਆਪਾਂ ਟਰਮੀਨੋਲੋਜੀਜ਼ ਆਫ ਅਕਾਊਂਟਿੰਗ ਕਰਦੇ ਕਿ ਵਟ ਆਰ ਦ ਟਰਮਸ ਆਫ ਅਕਾਊਂਟਿੰਗ ਦੇ ਵਿੱਚ ਕਿਹੜੀਆਂ ਟਰਮਸ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਇਹਦੇ ਵਿੱਚ ਫਸਟ ਆਫ ਆਲ ਆਪਾਂ ਬਹੁਤ ਸਾਰੀਆਂ ਟਰਮਸ ਡਿਸਕਸ ਕਰ ਲਈਆਂ ਸੀ ਅਤੇ ਟਰੇਡ ਡਿਸਕਾਊਂਟ ਐਂਡ ਕੈਸ਼ ਡਿਸਕਾਊਂਟ ਆਪਾਂ ਡਿਸਕਸ ਕਰ ਰਹੇ ਸੀ। ਟਰੇਡ ਡਿਸਕਾਊਂਟ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਹਾਂ ਕਿ ਜਿਹੜੀ ਚੀਜ਼ ਆਪਾਂ ਬਲਕ 'ਤੇ ਬਾਏ ਕਰਦੇ ਹਾਂ, ਕਿ ਆਪਾਂ ਬਹੁਤ ਜ਼ਿਆਦਾ ਕੁਆਂਟਿਟੀ 'ਚ ਬਾਏ ਕਰਦੇ, ਉਹਦੇ ਉੱਤੇ ਕਿਸੇ ਵੇਲੇ ਤੁਹਾਨੂੰ ਸੈਲਰ ਕੀ ਆ ਡਿਸਕਾਊਂਟ ਦੇ ਦਿੰਦਾ। ਐਂਡ ਕੈਸ਼ ਡਿਸਕਾਊਂਟ ਹੁੰਦਾ ਕਿ ਜਦੋਂ ਤੁਸੀਂ ਗੁਡਸ ਨੂੰ ਕੈਸ਼ 'ਤੇ ਲੈ ਲੈਂਦੇ ਜੋ, ਉਦੋਂ ਕੀ ਦਿੰਦਾ ਹੈ ਕੈਸ਼ ਡਿਸਕਾਊਂਟ। ਹੁਣ ਇਹਦੇ ਵਿੱਚ ਟਰੇਡ ਡਿਸਕਾਊਂਟ ਅਤੇ ਕੈਸ਼ ਡਿਸਕਾਊਂਟ 'ਚ ਇੱਕ ਹੋਰ ਡਿਫਰੈਂਸ ਆ ਜਿਹੜਾ ਕਿ ਤੁਹਾਨੂੰ ਸਮਝਣਾ ਚਾਹੀਦਾ ਹੈ। ਵੇਖੋ ਬੱਚੇ, ਇਹਦੇ ਵਿੱਚ ਵੇਖੋ ਕਿ 1000 ਰੁਪਏ ਦੀਆਂ ਤੁਸੀਂ ਗੁੱਡਸ ਸੀ, ਮੰਨ ਕੇ ਚੱਲੋ ਕਿ 1000 ਰੁਪਏ ਦੀਆਂ ਤੁਸੀਂ ਗੁੱਡਸ ਕੀ ਕਰਨੀਆਂ ਸੀ, ਬਾਏ ਕਰਨੀਆਂ ਸੀ, ਠੀਕ ਹੈ। ਅਤੇ ਉਹਦੇ ਉੱਤੇ ਕਸਟਮਰ ਕਹਿੰਦਾ ਵਾ ਕਿ ਤੁਹਾਨੂੰ ਟਰੇਡ ਡਿਸਕਾਊਂਟ ਮੈਂ ਦੇ ਦਿੰਦਾ ਕਿੰਨੇ ਦਾ 10%। 1000 ਉੱਤੇ 10% ਦਿੱਤਾ, ਜਦੋਂ ਆਪਾਂ ਕਟਿੰਗ ਕੀਤੀ ਡਿਸਕਾਊਂਟ ਕਿੰਨਾ ਆ ਗਿਆ 100। ਦੈਟ ਮੀਨਸ 1000 ਉੱਤੇ ਕਿੰਨਾ ਡਿਸਕਾਊਂਟ ਮਿਲਿਆ ਤੁਹਾਨੂੰ 100 ਰੁਪਏ ਦਾ, ਠੀਕ ਹੈ। ਦੈਟ ਮੀਨਸ 1000 ਮਾਈਨਸ 100 ਕਿੰਨਾ ਤੁਸੀਂ ਪੈਸਾ ਕਿੰਨਾ ਪੇ ਕੀਤਾ ਵਾ 900 ਰੁਪਏ। ਗੱਲ ਸਮਝ ਆਉਂਦੀ? ਪੈਸਾ ਕਿੰਨਾ ਪੇ ਕੀਤਾ 900 ਪੇ ਕੀਤਾ ਨਾ। ਐਂਡ ਜੇ ਉਸ ਤੋਂ ਬਾਅਦ ਕਹਦੇ ਕਿ ਆਹ ਸਾਰਾ ਕੀ ਆ ਟਰੇਡ ਡਿਸਕਾਊਂਟ, ਆਹ ਸਾਰਾ ਕੀ ਆ ਟਰੇਡ ਡਿਸਕਾਊਂਟ। ਐਂਡ ਉਸ ਤੋਂ ਬਾਅਦ ਕਹਦੇ ਕਿ ਮੈਂ ਤੁਹਾਨੂੰ ਨਾਲ ਕੀ ਦਊਂਗਾ ਕੈਸ਼ ਡਿਸਕਾਊਂਟ ਦਊਂਗਾ, ਨਾਲ ਕੀ ਦਊਂਗਾ ਕੈਸ਼ ਡਿਸਕਾਊਂਟ। ਦੈਟ ਮੀਨਸ 900 ਯੂ ਹੈਵ ਟੂ ਪੇ, ਜਿੰਨਾ ਪੇ ਕਰਾਂਗੇ ਉਹਦੇ ਉੱਤੇ ਡਿਸਕਾਊਂਟ ਲੱਗਣਾ। ਹੁਣ 900 ਪੇ ਕਰਨਾ ਨਾ, 900 ਉੱਤੇ ਫਿਰ ਉਹ ਕਹਿੰਦਾ ਕਿ 10% ਮੈਂ ਤੁਹਾਨੂੰ ਕੀ ਦੇ ਦਿੰਦਾ ਕੈਸ਼ ਡਿਸਕਾਊਂਟ। 900 ਉੱਤੇ ਮੈਂ ਕੀ ਦੇ ਦਿੰਦਾ 10% ਕੀ ਦੇ ਦਿੰਦਾ ਵਾ ਕੈਸ਼ ਡਿਸਕਾਊਂਟ। ਹੁਣ ਦੈਟ ਮੀਨਸ ਕਿ 900 ਉੱਤੇ 10% ਕੈਸ਼ ਡਿਸਕਾਊਂਟ ਮਿਲਿਆ। 900 ਮਲਟੀਪਲਾਈ ਬਾਈ 10/100 ਕਿੰਨਾ ਆ ਗਿਆ 90 ਆ ਗਿਆ। ਦੈਟ ਮੀਨਸ ਕਿ ਜਦੋਂ ਤੁਸੀਂ 900 ਪੇ ਕਰਨਾ ਸੀ ਅਤੇ ਉਹ ਫਿਰ ਅੱਗੇ ਕੀ ਕਹਿ ਰਿਹਾ ਵਾ ਕਿ ਮੈਂ ਤੁਹਾਨੂੰ ਕੈਸ਼ ਡਿਸਕਾਊਂਟ ਦਿੱਤਾ। ਕਿੰਨੇ ਦਾ ਦਿੱਤਾ 90 ਦਾ, 90 ਦਾ ਦਿੱਤਾ ਨਾ। ਦੈਟ ਮੀਨਸ 900 ਮਾਈਨਸ 90 ਤੁਹਾਨੂੰ ਟੋਟਲ ਪੈਸਾ ਕਿੰਨਾ ਪੇ ਕਰਨਾ ਪਿਆ 810। ਐਂਡ ਇਹਦੇ ਵਿੱਚ ਇੱਕ ਹੋਰ ਡਿਫਰੈਂਸ ਸਮਝੋ ਬੱਚੇ, ਟਰੇਡ ਡਿਸਕਾਊਂਟ ਹਮੇਸ਼ਾ ਵਾ ਜਿਹੜਾ ਟਰੇਡ ਡਿਸਕਾਊਂਟ ਹਮੇਸ਼ਾ ਕਾਹਦੇ ਉੱਤੇ ਮਿਲਦਾ ਵਾ, ਜੇ ਤੁਸੀਂ ਉਹ ਸੈਲਰ ਦੀ ਵਿਸ਼ ਹੁੰਦੀ ਹੈ ਕਿ ਸੈਲਰ ਨੂੰ ਇਹ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਕੁਆਂਟਿਟੀ 'ਤੇ ਗੁੱਡਸ ਬਾਈ ਕਰ ਲਈਆਂ ਵਾ, ਭਾਵੇਂ ਤੁਸੀਂ ਉਧਾਰ 'ਤੇ ਬਾਈ ਕਰੋ ਅਤੇ ਭਾਵੇਂ ਤੁਸੀਂ ਕਾਹਦੇ ਉੱਤੇ ਬਾਈ ਕਰੋ ਪੈਸੇ ਦੇ ਕੇ ਬਾਈ ਕਰੋ, ਸੈਲਰ ਤੁਹਾਨੂੰ ਆਪਣੀ ਖੁਸ਼ੀ ਦੇ ਨਾਲ ਕੀ ਦੇ ਦਿੰਦਾ ਵਾ ਡਿਸਕਾਊਂਟ ਦੇ ਦਿੰਦਾ। ਗੱਲ ਸਮਝ ਆ ਗਈ? ਠੀਕ ਹੈ। ਬਟ ਕੈਸ਼ ਡਿਸਕਾਊਂਟ ਉਦੋਂ ਹੀ ਮਿਲਦਾ ਵਾ ਜਦੋਂ ਕਿ ਸੈਲਰ ਨੂੰ ਇਹ ਲੱਗਦਾ ਵਾ ਕਿ ਇਹਨਾਂ ਨੇ ਮੈਨੂੰ ਪੈਸਾ ਕਾਹਦੇ ਉੱਤੇ ਦਿੱਤਾ ਵਾ ਕੈਸ਼ 'ਤੇ ਦਿੱਤਾ, ਠੀਕ ਆ। ਕਿ ਜਦੋਂ ਸੈਲਰ ਨੂੰ ਇਹ ਲੱਗਦਾ ਵਾ ਕਿ ਮੈਨੂੰ ਪੈਸਾ ਬਹੁਤ ਛੇਤੀ ਕਾਹਤੇ ਮਿਲਣ ਦਿਆ ਕੈਸ਼ 'ਤੇ ਮਿਲਣ ਦਿਆ। ਟਰੇਡ ਕੈਸ਼ ਦਾ ਮਤਲਬ ਕੀ ਹੈ ਕਿ ਗੁੱਡਸ ਨੂੰ ਤੁਸੀਂ ਸੈੱਲ ਕਾਹਦੇ ਉੱਤੇ ਤੇ ਕੀਤਾ ਕੈਸ਼ 'ਤੇ। ਐਂਡ ਸੈਲਰ ਆਪਣੀ ਮਰਜ਼ੀ ਦੇ ਨਾਲ ਤੁਹਾਨੂੰ ਕੈਸ਼ ਡਿਸਕਾਊਂਟ ਦੇ ਰਹਿ ਕੇ ਇਹਨਾਂ ਨੇ ਮੈਨੂੰ ਉਸੇ ਵੇਲੇ ਪੈਸੇ ਦੇ ਦਿੱਤੇ ਅਤੇ ਮੈਂ ਇਹਨਾਂ ਨੂੰ ਕੀ ਦਿੱਤਾ ਕੈਸ਼ ਡਿਸਕਾਊਂਟ ਦਿੱਤਾ। ਬਟ ਟਰੇਡ ਡਿਸਕਾਊਂਟ 'ਚ ਇਹ ਹੁੰਦਾ ਵਾ ਕਿ ਸੈਲਰ ਨੂੰ ਇਹ ਲੱਗਦਾ ਵਾ ਕਿ ਮੇਰੀ ਵੀ ਬਹੁਤ ਜ਼ਿਆਦਾ ਕੁਆਂਟਿਟੀ 'ਚ ਇਹਨਾਂ ਨੇ ਗੁੱਡਸ ਬਾਈ ਕੀਤੀਆਂ, ਸੈਲਰ ਆਪਣੀ ਖੁਸ਼ੀ ਦਾ ਕਰਕੇ ਡਿਸਕਾਊਂਟ ਦੇ ਦਿੰਦਾ, ਭਾਵੇਂ ਉਹ ਗੁੱਡਸ ਉਧਾਰ 'ਤੇ ਲਈਆਂ ਹੋਣ ਅਤੇ ਭਾਵੇਂ ਉਹ ਕੈਸ਼ 'ਤੇ ਲਈਆਂ ਹੋਣ, ਉਹ ਸੈਲਰ ਦੀ ਮਰਜ਼ੀ ਆ। ਬਟ ਜਦੋਂ ਉਧਾਰ 'ਤੇ ਕੈਸ਼ ਦੀ ਗੱਲ ਆਉਂਦੀ ਹੈ, ਜਦੋਂ ਟਰੇਡ ਡਿਸਕਾਊਂਟ ਜੇ ਉਧਾਰ 'ਤੇ ਉਧਾਰ 'ਤੇ ਜੇ ਤੁਹਾਨੂੰ ਟਰੇਡ ਡਿਸਕਾਊਂਟ ਆ ਜਿਹੜਾ ਉਧਾਰ 'ਤੇ ਵੀ ਦੇ ਸਕਦਾ ਵਾ ਅਤੇ ਕਾਹਦੇ ਉੱਤੇ ਦੇ ਸਕਦਾ ਕੈਸ਼ 'ਤੇ ਵੀ ਦੇ ਸਕਦਾ ਵਾ, ਠੀਕ ਹੈ। ਬਟ ਉਹਦੇ ਵਿੱਚ ਪ੍ਰੋਬਲਮ ਹੈ ਕਿ ਗੁੱਡਸ ਤੁਸੀਂ ਕਾਹਦੇ ਉੱਤੇ ਬਾਈ ਕਰਨੀਆਂ ਚਾਹੀਦੀਆਂ ਬਲਕ ਦੇ ਵਿੱਚ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ। ਬਟ ਕੈਸ਼ ਡਿਸਕਾਊਂਟ ਉਦੋਂ ਹੀ ਸੈਲਰ ਦਊਗਾ ਜਦੋਂ ਸੈਲਰ ਨੂੰ ਲੱਗਦਾ ਵਾ ਕਿ ਇਹਨੇ ਤਾਂ ਮੈਨੂੰ ਬਹੁਤ ਛੇਤੀ ਪੈਸਾ ਦੇ ਦਿੱਤਾ ਵਾ, ਕਿ ਮੈਂ ਅੱਜ ਹੀ ਗੁੱਡਸ ਸੈੱਲ ਕੀਤੀਆਂ ਨੇ ਮੈਨੂੰ ਉਸੇ ਵੇਲੇ ਪੈਸਾ ਦੇ ਦਿੱਤਾ। ਜਿੱਦਾਂ ਤੁਸੀਂ ਦੁਕਾਨ 'ਤੇ ਜਾਂਦੇ ਜੋ, ਗੱਲ ਸਮਝ ਆਉਂਦੀ? ਦੁਕਾਨ 'ਤੇ ਜਾਂਦੇ ਜੋ ਨਾ, ਤੋ ਕਹਿੰਦੇ ਨਾ ਕਿ 100 ਰੁਪਏ ਦੀ ਚੀਜ਼ ਆ, ਤੁਸੀਂ ਉਸੇ ਵੇਲੇ ਉਹਨੂੰ ਕਹਿਣ ਲੱਗ ਪੈਂਦੇ ਜੋ ਕਿ ਮੈਂ ਤੈਨੂੰ ਉਸੇ ਵੇਲੇ ਪੈਸਾ ਦੇ ਦਿੱਤਾ ਹੈ ਕਿ ਮੈਂ ਤੈਨੂੰ 70 ਰੁਪਏ ਦਊਂਗਾ, 30 ਰੁਪਏ ਮੈਂ ਨਹੀਂ ਦੇਣੇ। ਦੈਟ ਮੀਨਸ ਉਹ ਕੀ ਹੈ ਕੈਸ਼ ਡਿਸਕਾਊਂਟ, ਕਿਉਂਕਿ ਸੈਲਰ ਨੂੰ ਇਹ ਲੱਗਦਾ ਕਿ ਚੱਲ ਮੈਨੂੰ ਪੈਸਾ ਤਾਂ ਆਇਆ ਨਾ। ਅਤੇ ਕੈਸ਼ ਡਿਸਕਾਊਂਟ ਹਮੇਸ਼ਾ ਪੈਸੇ 'ਤੇ, ਜਦੋਂ ਤੁਸੀਂ ਉਸੇ ਵੇਲੇ ਪੈਸਾ ਦੇ ਦਿੰਦੇ ਹੋ ਕੈਸ਼ ਡਿਸਕਾਊਂਟ ਉਹਦੇ ਉੱਤੇ ਹੁੰਦਾ। ਠੀਕ ਹੈ ਬੱਚੇ, ਹੁਣ ਕੈਸ਼ ਅਤੇ ਟਰੇਡ ਡਿਸਕਾਊਂਟ 'ਚ ਸਮਝ ਆ ਗਈ। ਹੁਣ ਨੈਕਸਟ ਵਨ ਇਜ਼ ਡੈਬਿਟ ਕੀ ਹੁੰਦਾ, ਕ੍ਰੈਡਿਟ ਕੀ ਹੁੰਦਾ। ਬੱਚੇ ਦੋ ਲਾਈਨਸ ਆ, ਦੇਖੋ ਜਦੋਂ ਤੁਸੀਂ ਅਕਾਊਂਟਸ 'ਚ ਕਰੋਗੇ ਨਾ ਹਮੇਸ਼ਾ ਤੁਸੀਂ ਆਪਣੇ ਪੇਜ ਨੂੰ ਦੋ ਤਰ੍ਹਾਂ ਦੇ ਵਿੱਚ ਡਿਵਾਈਡ ਕਰੋਗੇ। ਲਾਈਨ ਮਾਰੋਗੇ ਸੈਂਟਰ ਦੇ ਜੋ ਲਾਈਨ ਮਾਰੋਗੇ ਅਤੇ ਪੇਜ ਨੂੰ ਡਿਵਾਈਡ ਕਰ ਦੋਗੇ ਦੋ ਬਲੋਕਸ ਦੇ ਵਿੱਚ, ਦੋ ਕਾਲਮਸ ਦੇ ਵਿੱਚ, ਠੀਕ ਆ। ਜਿਹੜਾ ਉਹਦਾ ਲੈਫਟ ਸਾਈਡ ਆ ਪੇਜ ਦਾ, ਜਦੋਂ ਕਰਤੀ ਤੁਸੀਂ ਲਾਈਨ ਸੈਂਟਰ 'ਚ ਮਾਰਤੀ, ਲੈਫਟ ਸਾਈਡ ਆਲਵੇਜ਼ ਡੈਬਿਟ ਸਾਈਡ ਹੁੰਦੀ ਆ ਐਂਡ ਰਾਈਟ ਸਾਈਡ ਆਲਵੇਜ਼ ਕਿਹੜੀ ਹੁੰਦੀ ਆ ਕ੍ਰੈਡਿਟ ਸਾਈਡ ਹੁੰਦੀ ਆ, ਠੀਕ ਹੈ। ਗੱਲ ਸਮਝ ਆ ਰਹੀ ਹੈ? ਹਮੇਸ਼ਾ ਅਕਾਊਂਟਸ ਦੇ ਵਿੱਚ ਜਦੋਂ ਤੁਸੀਂ ਜਦੋਂ ਵੀ ਆਪਣੀ ਬੁੱਕ ਖੋਲੋਗੇ, ਕਾਪੀ ਖੋਲੋਗੇ, ਉਹਦੇ ਸੈਂਟਰ 'ਚ ਆਪਾਂ ਇੱਕ ਲਾਈਨ ਮਾਰ ਦਾਂਗੇ। ਸੈਂਟਰ 'ਚ ਜਦੋਂ ਆਪਾਂ ਲਾਈਨ ਮਾਰਤੀ ਆ ਤਾਂ ਉਹਦੀ ਲੈਫਟ ਹੈਂਡ ਸਾਈਡ ਹਮੇਸ਼ਾ ਆਪਾਂ ਨੂੰ ਕੀ ਕਹਾਂਗੇ ਡੈਬਿਟ, ਐਂਡ ਰਾਈਟ ਹੈਂਡ ਸਾਈਡ ਨੂੰ ਹਮੇਸ਼ਾ ਕੀ ਕਹਾਂਗੇ ਕ੍ਰੈਡਿਟ ਕਹਾਂਗੇ। ਬਾਕੀ ਡੈਬਿਟ ਕ੍ਰੈਡਿਟ ਜਿਹੜਾ ਆਪਾਂ ਬੈਂਕ ਦੇ ਵਿੱਚ ਕਰੀਦਾ ਵਾ ਕਿ ਪੈਸਾ ਆਇਆ ਜਾਂ ਗਿਆ ਉਹ ਡੈਬਿਟ ਹੋਇਆ ਜਾਂ ਕ੍ਰੈਡਿਟ, ਉਹ ਆਪਾਂ 3rd ਚੈਪਟਰ ਦੇ ਵਿੱਚ ਕਰਾਂਗੇ, ਠੀਕ ਹੈ, ਰੂਲਸ ਦੇ ਵਿੱਚ, ਠੀਕ ਹੈ। ਨੈਕਸਟ ਵਨ ਇਜ਼ ਦੈਟ ਕਿ ਐਸੈਟਸ ਕੀ ਹੁੰਦੇ ਆ। ਐਸੈਟਸ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕੀ ਹਾਂ ਕਿ ਦ ਟਰਮ ਐਸੈਟਸ ਇੰਪਲਾਈਜ਼ ਦ ਆਈਟਮਸ ਆਫ ਪ੍ਰੋਪਰਟੀ ਓਨਡ ਔਰ ਕੰਟਰੋਲਡ ਬਾਈ ਦ ਬਿਜ਼ਨਸ, ਐਂਡ ਐਸੈਟ ਇਜ਼ ਐਨ ਓਨਡ ਫਿਜ਼ੀਕਲ ਆਬਜੈਕਟ ਟੈਂਜੀਬਲ ਔਰ ਇਨਟੈਂਜੀਬਲ ਹੈਵਿੰਗ ਏ ਮਨੀ ਵੈਲਿਊ। ਕਹਿੰਦਾ ਕਿ ਐਸੈਟ ਉਹ ਵਾਲੀ ਚੀਜ਼ ਆ ਜਿਹੜੀ ਕੋਈ ਪ੍ਰੋਪਰਟੀ ਹੁੰਦੀ, ਤੁਹਾਡੀ ਪ੍ਰੋਪਰਟੀ ਹੋ ਗਈ ਨਾ, ਬਿਲਡਿੰਗ ਹੋ ਗਈ ਤੁਹਾਡਾ
ठीक है। प्रॉपर्टी की बिल्डिंग, ਤੁਹਾਡੇ ਕੋਲ ਕਾਰ ਆ, ਕਾਰ ਕੀ ਹੈ ਤੁਹਾਡੀ ਪ੍ਰੋਪਰਟੀ ਹੈ, ਠੀਕ ਹੈ। ਮਸ਼ੀਨਰੀ ਕੀ ਹੈ ਤੁਹਾਡੀ ਪ੍ਰੋਪਰਟੀ, ਕੰਪਿਊਟਰ ਕੀ ਹੈ ਤੁਹਾਡੀ ਪ੍ਰੋਪਰਟੀ ਹੈ। ਐਂਡ ਕਹਿੰਦਾ ਕਿ ਪ੍ਰੋਪਰਟੀ ਹਮੇਸ਼ਾ ਤੁਹਾਡੇ ਟੈਂਜੀਬਲ, ਟੈਂਜੀਬਲ ਦਾ ਮਤਲਬ ਇਹ ਹੁੰਦਾ ਵਾ ਕਿ ਜਿਹਦਾ ਕੋਈ ਜਿਹਨੂੰ ਆਪਾਂ ਟੱਚ ਕਰ ਸਕਦੇ, ਇਨਟੈਂਜੀਬਲ ਹੁੰਦਾ ਜਿਹਨੂੰ ਆਪਾਂ ਨਹੀਂ ਟੱਚ ਕਰ ਸਕਦੇ, ਠੀਕ ਹੈ। ਬਟ ਉਹਦੀ ਵੈਲਿਊ ਕਾਹਦੇ ਵਿੱਚ ਹੋਣੀ ਚਾਹੀਦੀ ਆ, ਪੈਸੇ ਦੇ ਵਿੱਚ ਹੋਣੀ ਚਾਹੀਦੀ ਆ। ਟੈਂਜੀਬਲ ਇਹ ਹਮੇਸ਼ਾ ਇਹ ਯਾਦ ਰੱਖਿਓ ਕਿ ਐਸੈਟ ਹਮੇਸ਼ਾ ਜਿਹੜੀ ਆ ਪ੍ਰੋਪਰਟੀ ਐਸੈਟ ਆ ਉਹ ਟੈਂਜੀਬਲ ਵੀ ਹੋ ਸਕਦਾ, ਇਨਟੈਂਜੀਬਲ। ਟੈਂਜੀਬਲ ਦਾ ਮਤਲਬ ਉਹਨਾਂ ਨੂੰ ਤੁਸੀਂ ਟੱਚ ਕਰ ਸਕਦੇ, ਇਨਟੈਂਜੀਬਲ ਦਾ ਮਤਲਬ ਉਹਨਾਂ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ। ਐਸੈਟ ਇਜ਼ ਐਨੀ ਕਾਸਟ ਬੈਨੀਫਿਟਿੰਗ ਅ ਫਿਊਚਰ ਪੀਰੀਅਡ। ਉਹੀ ਗੱਲ ਹੋ ਗਈ ਨਾ ਕਿ ਕਹਿੰਦਾ ਕਿ ਐਸੈਟ ਉਹ ਵਾਲੀ ਚੀਜ਼ ਨੂੰ ਕਿਹਾ ਜਾਂਦਾ ਜਿਹੜਾ ਅੱਜ ਆਪਾਂ ਖਰੀਦਦੇ ਹਾਂ 1 ਲੱਖ ਦਾ, 2 ਲੱਖ ਦਾ, 3 ਲੱਖ ਦਾ, ਅਤੇ ਉਹ ਸਾਨੂੰ ਇਨ ਫਿਊਚਰ 10 ਸਾਲਾਂ 'ਚ ਉਹਦਾ ਬੈਨੀਫਿਟ ਮਿਲਣਾ ਹੀ ਮਿਲਣਾ। ਕਾਰ ਖਰੀਦੀ ਅੱਜ 10 ਲੱਖ ਦੀ ਖਰੀਦੀ ਆ, ਤੁਸੀਂ ਭਾਵੇਂ ਉਹਨੂੰ 20 ਸਾਲ ਚਲਾਈ ਜਾਓ, ਉਹਨੇ ਤੁਹਾਨੂੰ ਬੈਨੀਫਿਟ ਦੇਈ ਜਾਣਾ। ਗੱਲ ਸਮਝ ਆਉਂਦੀ ਮੇਰੀ? ਫੋਰ ਐਗਜ਼ਾਮਪਲ ਲੈਂਡ ਐਂਡ ਬਿਲਡਿੰਗ, ਠੀਕ ਹੈ। ਲੈਂਡ ਹੋ ਗਈ, ਬਿਲਡਿੰਗ ਹੋ ਗਈ, ਮਸ਼ੀਨਰੀ, ਫਰਨੀਚਰ, ਅਨਸੋਲਡ ਗੁੱਡਸ। ਦਾ ਐਸੈਟਸ ਮੇ ਬੀ ਕਲਾਸੀਫਾਈਡ ਇਨਟੂ, ਕਹਿੰਦਾ ਐਸੈਟਸ ਗਾੜੀ ਫਿਰ ਉਹਨੇ ਵੰਡੇ ਹੋਏ ਆ। ਐਸੈਟਸ ਕਿਹਦੇ ਵਿੱਚ ਵੰਡੇ ਹੋਏ ਆ ਦੇਖੋ ਬੱਚੇ, ਇੱਕ ਹੁੰਦੇ ਨੋਨ ਕਰੰਟ ਐਸੈਟਸ ਤੇ ਕਰੰਟ ਐਸੈਟਸ ਤੇ ਫਿਕਟੀਸ਼ੀਅਸ ਐਸੈਟਸ, ਠੀਕ ਹੈ। ਹੁਣ ਆਪਾਂ ਫਸਟ ਆਫ ਆਲ ਨੋਨ ਕਰੰਟ ਐਸੈਟਸ ਦੀਆਂ 3 ਤਰ੍ਹਾਂ ਦੀਆਂ ਟਾਈਪਸ ਆ। ਵੇਖੋ ਪਹਿਲੀ ਕਿਹੜੀ ਆ, ਨੋਨ ਕਰੰਟ, ਦੂਜੀ ਕਿਹੜੀ ਆ, ਕਰੰਟ ਹੈ, ਐਂਡ ਤੀਜੀ ਕਿਹੜੀ ਹੈ, ਫੈਕਟੀਸ਼ੀਅਸ, ਠੀਕ ਹੈ। ਹੁਣ ਬੱਚੇ ਨੋਨ ਕਰੰਟ ਦੇ ਵਿੱਚ ਵੇਖੋ, ਨੋਨ ਕਰੰਟ ਦੇ ਵਿੱਚ ਕਿਹੜੀਆਂ ਨੋਨ ਕਰੰਟ ਦਾ ਮਤਲਬ ਹੁੰਦਾ ਵਾ ਕਿ ਜਿਹੜੀਆਂ 1 ਸਾਲ ਤੋਂ ਵੱਧ ਯੂਜ਼ ਹੋ ਸਕਦੀਆਂ। ਹੁਣ ਵੇਖਿਓ ਇੱਕ ਮਿੰਟ, ਨੋਨ ਕਰੰਟ ਐਸੈਟਸ ਆਰ ਦੋਸ ਐਸੈਟਸ ਵਿਚ ਆਰ ਹੈਲਡ ਬਾਏ ਦਾ ਬਿਜ਼ਨਸ ਨਾਟ ਫॉर द ਪਰਪਸ ਆਫ ਰੀਸੈਲ। ਉਹੀ ਗੱਲ ਹੋ ਗਈ ਕਿ ਉਹ ਨੋਨ ਕਰੰਟ ਉਹਨਾਂ ਨੂੰ ਐਸੈਟਸ ਕਿਹਾ ਜਾਂਦਾ ਕਿ ਜਿਹੜੇ ਐਸੈਟਸ ਆ, ਜਿਹੜੀਆਂ ਚੀਜ਼ਾਂ ਵਾ ਕੰਪਨੀ ਨੇ ਲਈਆਂ ਵਾ, ਉਹ ਕਾਹਦੇ ਲਈ ਲਈਆਂ ਕਿ ਉਹਨਾਂ ਨੂੰ ਰੀਸੈਲ ਨਹੀਂ ਕਰਨਾ, ਵੀ ਉਹਨਾਂ ਨੂੰ ਰੀਸੇਲ ਨਹੀਂ ਕਰਨਾ, ਉਹਨਾਂ ਨੂੰ ਵੇਚਣਾ ਨਹੀਂ ਆ, ਠੀਕ ਹੈ। ਦੀਸ ਐਸੈਟਸ ਆਰ ਹੈਲਡ ਆਈਦਰ ਫॉर ਅ ਲੌਂਗ ਟਰਮ ਪੁਆਇੰਟ ਆਫ ਵਿਊ ਔਰ ਐਜ਼ ਐਨ ਇਨਵੈਸਟਮੈਂਟ। ਕਹਿੰਦੇ ਕਿ ਜਿਨ੍ਹਾਂ ਨੂੰ ਸੇਲ ਹੀ ਨਹੀਂ ਕਰਨਾ, ਦੈਟ ਮੀਨਸ ਤਾਂ ਕਰਕੇ ਉਹ ਰੱਖੇ ਹੁੰਦੇ ਆ ਤਾਂ ਜੋ ਕਿ ਉਹਨਾਂ ਦੇ ਉੱਤੇ ਕੀ ਕੀਤੀ ਜਾਵੇ ਕਿ ਲੌਂਗ ਟਰਮ ਉਹਨਾਂ ਨੂੰ ਕੀ ਕੀਤਾ ਜਾ ਸਕੇ, ਯੂਜ਼ ਕੀਤਾ ਜਾ ਸਕੇ, ਠੀਕ ਹੈ। ਹੁਣ ਫੋਰ ਐਗਜ਼ਾਮਪਲਸ 1 ਮਾਰਕਸ ਦੇ ਵਿੱਚ ਵੀ ਆ ਸਕਦਾ ਵਾ ਕਿ ਐਸੈਟਸ ਕਿਹੜੇ ਹੁੰਦੇ ਆ, ਠੀਕ ਹੈ। ਫਿਰ ਤੁਸੀਂ 1 ਮਾਰਕਸ ਲਿਖੋਗੇ ਲੈਂਡ ਐਂਡ ਬਿਲਡਿੰਗ, ਠੀਕ ਹੈ। ਸਮਝ ਆ ਰਹੀ ਆ? ਫਰਨੀਚਰ। ਤੇ ਨੋਨ ਕਰੰਟ ਦੇ ਵਿੱਚ ਉਹਦੀਆਂ ਐਗਜ਼ਾਮਪਲਸ ਕੀ ਆ, ਜਿਹੜੇ ਨੋਨ ਕਰੰਟ ਐਸੈਟਸ ਕਿਹੜੇ ਹੋ ਜਾਂਦੇ ਆ ਦੇਖੋ, ਫਿਕਸ ਐਸੈਟਸ ਹੋ ਗਏ, ਠੀਕ ਹੈ, ਕਿਉਂਕਿ ਜਿਹੜੇ ਤੁਸੀਂ ਸੈੱਲ ਹੀ ਨਹੀਂ ਕਰਨੇ। ਸੈੱਲ ਕਾਰ ਆ, ਅੱਜ ਖਰੀਦੀ ਆ ਤੁਸੀਂ ਦੂਜੇ ਦਿਨ ਵੇਚ ਥੋੜ੍ਹੀ ਦਿਓਗੇ। ਕਾਰ ਆ ਇੱਕ ਵਾਰੀ ਖਰੀਦੀ ਆ ਅਤੇ ਤੁਸੀਂ 2-3 ਸਾਲ ਉਹਨੂੰ ਯੂਜ਼ ਕਰੋਗੇ, ਠੀਕ ਹੈ। ਮਸ਼ੀਨਰੀ ਖਰੀਦੀ ਆ, ਤੁਸੀਂ ਉਹਨੂੰ 1-2 ਸਾਲ, ਟਰੈਕਟਰ ਖਰੀਦਿਆ ਉਹਨੂੰ ਯੂਜ਼ ਕਰੋਗੇ, ਦੈਟ ਮੀਨਸ ਐਸੈਟਸ, ਠੀਕ ਹੈ। ਇਨਵੈਸਟਮੈਂਟਸ, ਠੀਕ ਹੈ, ਕਿ ਇਨਵੈਸਟਮੈਂਟਸ ਜਿਹੜੀਆਂ ਤੁਸੀਂ ਵੇਚਣੀਆਂ ਹੀ ਨਹੀਂ ਆ। ਇਨਵੈਸਟਮੈਂਟ ਤੁਸੀਂ ਕੀਤੀ LIC ਦੇ ਵਿੱਚ। ਇਨਵੈਸਟਮੈਂਟ ਦਾ ਮਤਲਬ ਕੀ ਹੁੰਦਾ, ਕਿਸੇ ਵੇਲੇ ਆਪਾਂ ਪੈਸਾ ਆਪਣਾ ਇਨਵੈਸਟ ਕਰ ਦਿੰਦੇ ਨਾ ਕਿਸੇ ਚੀਜ਼ ਦੇ ਵਿੱਚ, ਦੈਟ ਮੀਨਸ ਕਿ ਉਹਦਾ ਤੁਹਾਨੂੰ ਪ੍ਰੋਫਿਟ ਕਿਉਂ ਹੋਣਾ ਵਾ ਅੱਜ ਤੋਂ 10 ਜਾਂ 12 ਸਾਲ ਬਾਅਦ, ਠੀਕ ਹੈ। ਆ ਡੈਫਰਡ ਰੈਵਨਿਊ ਐਸੈਟਸ ਮੈਂ ਤੁਹਾਨੂੰ ਹੁਣੇ ਸਮਝਾਵਾਂਗੀ, ਠੀਕ ਹੈ। ਹੁਣ ਇਹਦੇ ਵਿੱਚ ਨੋਨ ਕਰੰਟ ਦੇ ਵਿੱਚ ਉਹਦੀਆਂ ਗਾੜੀਆਂ ਨੋਨ ਕਰੰਟ ਦੀਆਂ ਵੀ ਟਾਈਪਸ ਆ। ਪਹਿਲੀ ਟਾਈਪ ਉਹਦੀ ਨੋਨ ਕਰੰਟ ਦੀ ਕਿਹੜੀ ਆ, ਫਿਕਸ ਐਸੈਟਸ, ਤੇ ਦੂਜੀ ਕਿਹੜੀ ਆ, ਫਿਕਸ ਐਸੈਟਸ, ਠੀਕ ਹੈ। ਤੇ ਦੂਜੀ ਕਿਹੜੀ ਆ ਦੇਖਿਓ, ਹੁਣ ਮੈਂ ਤੁਹਾਨੂੰ ਨੋਨ ਕਰੰਟ ਦੇ ਵਿੱਚ ਫਸਟ ਆਫ ਆਲ ਵੇਖੋ, ਐਸੈਟਸ ਆ ਜਿਹੜੇ ਐਸੈਟਸ ਆ ਉਹ ਕਿੰਨੇ ਵਿੱਚ ਡਿਵਾਈਡ ਆ, 3 ਦੇ ਵਿੱਚ। ਪਹਿਲਾ ਕਿਹੜਾ ਵਾ, ਨੋਨ ਕਰੰਟ, ਦੂਜਾ ਕਿਹੜਾ ਵਾ, ਕਰੰਟ, ਤੀਜਾ ਕਿਹੜਾ ਵਾ, ਫਿਕਟੀਸ਼ੀਅਸ। ਜਦੋਂ ਆਪਾਂ ਨੋਨ ਕਰੰਟ ਪੜਾਂਗੇ, ਨੋਨ ਕਰੰਟ ਦੇ ਵਿੱਚ ਪਹਿਲੀ ਉਹਦੀ ਟਾਈਪ ਕਿਹੜੀ ਆ, ਫਿਕਸ ਐਸੈਟਸ। ਫਿਕਸ ਐਸੈਟਸ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਹੜੇ ਹੁੰਦੇ ਆ। ਫਿਕਸ ਐਸੈਟਸ ਆਰ ਦੋਸ ਨੋਨ ਕਰੰਟ ਐਸੈਟਸ ਵਿਚ ਆਰ ਹੈਲਡ ਬਾਏ ਦਾ ਐਂਟਰਪ੍ਰਾਈਜ਼ ਨਾਟ ਫॉर द ਪਰਪਸ ਆਫ ਰੀਸੇਲ। ਉਹੀ ਗੱਲ ਹੋ ਗਈ ਕਿ ਉਹ ਵਾਲੇ ਐਸੈਟ ਜਿਹੜੇ ਆਪਾਂ ਸੇਲ ਨਹੀਂ ਕਰਦੇ ਉਹਨੂੰ ਆਪਾਂ ਕੀ ਕਹਿ ਰਹੇ ਨੇ, ਫਿਕਸ ਐਸੈਟਸ। ਤੇ ਜਿਨ੍ਹਾਂ ਦਾ ਬੈਨੀਫਿਟ ਸਾਨੂੰ ਬੜੇ ਲੰਬੇ ਟਾਈਮ ਤੱਕ ਮਿਲਦਾ ਰਹਿੰਦਾ ਵਾ ਕਿ ਇੱਕ ਵਾਰੀ ਖਰੀਦੋ ਤੇ ਉਹਨੂੰ ਆਪਾਂ ਬਾਰ-ਬਾਰ ਕੀ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਮੈਂ ਬਾਰ-ਬਾਰ ਐਗਜ਼ਾਮਪਲ ਦਿੰਦੀ, ਉਹਦੇ ਵਿੱਚ ਕੀ ਆਉਂਦੇ, ਲੈਂਡ, ਬਿਲਡਿੰਗ, ਫਰਨੀਚਰ, ਠੀਕ ਆ। ਟ੍ਰੇਡਮਾਰਕ, ਗੁੱਡਵਿਲ ਤੇ ਟ੍ਰੇਡਮਾਰਕ ਮੈਂ ਤੁਹਾਨੂੰ ਹੁਣੇ ਸਮਝਾਉਣੇ ਕੀ ਹੁੰਦੇ ਆ। ਫਿਕਸ ਐਸੈਟਸ ਬੱਚੇ ਗਾੜੀ ਦੇਖੋ ਕਿਹਦੇ ਵਿੱਚ ਡਿਵਾਈਡ ਆ। ਫਿਕਸ ਐਸੈਟਸ ਵੀ ਦੋਵਾਂ 'ਚ ਡਿਵਾਈਡ ਆ, ਇੱਕ ਟੈਂਜੀਬਲ ਆ ਤੇ ਦੂਜਾ ਕਿਹੜਾ ਵਾ, ਇਨਟੈਂਜੀਬਲ, ਠੀਕ ਹੈ। ਫਸਟ ਆਫ ਆਲ ਟੈਂਜੀਬਲ ਮੈਂ ਤੁਹਾਨੂੰ ਸਮਝਾਇਆ ਸੀ, ਟੈਂਜੀਬਲ ਹੁੰਦਾ ਜਿਹਨਾਂ ਨੂੰ ਤੁਸੀਂ ਟੱਚ ਕਰ ਸਕਦੇ ਜੋ। ਦੋਸ ਐਸੈਟਸ ਵਿੱਚ ਹੈ ਫਿਜ਼ੀਕਲ ਐਗਜ਼ਿਸਟੈਂਸ ਐਂਡ ਕੈਨ ਬੀ ਟਚਡ ਐਂਡ ਸੀਨ, ਜਿਹੜੇ ਟੱਚ ਵੀ ਕਰ ਸਕਦੇ, ਜਿਹਨਾਂ ਆਪਾਂ ਸੀਨ ਕਰ ਸਕਦੇ। ਟਰੈਕਟਰ ਆ, ਲੈਂਡ ਆ, ਬਿਲਡਿੰਗ ਆ, ਟੱਚ ਕਰ ਸਕਦੇ ਜੋ, ਉਹਨੂੰ ਵੇਖ ਸਕਦੇ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਟੈਂਜੀਬਲ, ਠੀਕ ਆ। ਐਂਡ ਇਨਟੈਂਜੀਬਲ ਕੀ ਹੁੰਦੇ ਆ, ਦੋਜ਼ ਐਸੈਟਸ ਵਿਚ ਕੈਨ ਨਾਟ ਬੀ ਸੀਨ ਐਂਡ ਟਚਡ ਫਿਜ਼ੀਕਲੀ ਬਟ ਕੈਨ ਬੀ ਫੀਲ ਐਂਡ ਮੇਡ ਇਨ ਟਰਮਸ ਆਫ ਮਨੀ ਵੈਲਿਊ। ਕਹਿੰਦੇ ਉਹ ਵਾਲੇ ਐਸੈਟਸ ਜਿਨ੍ਹਾਂ ਨੂੰ ਤੁਸੀਂ ਟੱਚ ਵੀ ਨਹੀਂ ਕਰ ਸਕਦੇ ਤੇ ਵੇਖ ਵੀ ਨਹੀਂ ਸਕਦੇ, ਠੀਕ ਆ। ਟੱਚ ਵੀ ਨਹੀਂ ਕਰ ਸਕਦੇ, ਵੇਖ ਵੀ ਨਹੀਂ ਸਕਦੇ, ਪਰ ਉਹਨਾਂ ਦੀ ਵੈਲਿਊ ਕਾਹਦੇ ਵਿੱਚ ਹੁੰਦੀ ਆ, ਮਨੀ ਦੇ ਵਿੱਚ ਹੁੰਦੀ। ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਇਨਟੈਂਜੀਬਲ ਐਸੈਟਸ। ਉਹਦੇ ਵਿੱਚ ਆ ਜਾਂਦੀ ਗੁੱਡਵਿਲ। ਬੱਚੇ ਗੁੱਡਵਿਲ ਇੱਕ ਰੈਪੂਟੇਸ਼ਨ ਆ ਬਿਜ਼ਨਸ ਦੀ, ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ। ਇਹਦੇ ਵਿੱਚ ਗੁੱਡਵਿਲ ਦਾ ਮਤਲਬ ਕੀ ਹੋ ਗਿਆ ਕਿ ਰੈਪੂਟੇਸ਼ਨ ਆ। ਤੇ ਜਦੋਂ ਵੇਖੋ ਬੱਚੇ ਰੈਪੂਟੇਸ਼ਨ ਆ ਤੇ ਬਾਰ-ਬਾਰ ਉਹ ਤੁਹਾਡੀ ਐਸੈਟ ਆ, ਕਿਉਂਕਿ ਇੱਕ ਵਾਰੀ ਜਿਹੜੇ ਬੰਦੇ ਨੇ ਤੁਹਾਡੀ ਜੇ ਰੈਪੂਟੇਸ਼ਨ ਇੰਨੀ ਜ਼ਿਆਦਾ ਵਧੀਆ ਬਣੀ ਹੋਈ ਆ, ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਕਿ ਤੁਸੀਂ ਇੱਕ ਸ਼ੌਪ 'ਤੇ ਜਾਂਦੇ, ਬਾਰ-ਬਾਰ ਉਹੀ ਸ਼ੌਪ 'ਤੇ ਜਾਂਦੇ ਜੋ, ਤੇ ਉਹ ਸ਼ੌਪ ਵਾਲੇ ਨੂੰ ਕੀ ਮਿਲਦਾ, ਉਹ ਜਦੋਂ ਤੁਸੀਂ ਉਹਦੇ ਕੋਲ ਬਾਰ-ਬਾਰ ਜਾਂਦੇ ਪੈਸਾ ਮਿਲਦਾ ਨਾ ਉਹਨੂੰ, ਤੁਹਾਡੇ ਤੋਂ, ਹੈ ਨਾ। ਤੁਸੀਂ ਉਹਦੇ ਕੋਲ ਗੁੱਡਸ ਬਾਈ ਕਰਦੇ ਜੋ ਤੇ ਉਹਨੂੰ ਕੀ ਦਿੰਦੇ ਜੋ, ਪੈਸਾ ਦਿੰਦੇ ਜੋ। ਦੈਟ ਮੀਨਸ ਕਿ ਰੈਪੂਟੇਸ਼ਨ ਆ। ਤੇ ਵੈਲਿਊ ਕਾਹਦੇ ਵਿੱਚ ਹੋਗੀ, ਮਨੀ ਦੇ ਵਿੱਚ ਹੋਗੀ। ਕਿ ਰੈਪੂਟੇਸ਼ਨ ਆ ਕਿ ਉਹ ਬੰਦੇ ਨੇ ਬਾਰ-ਬਾਰ ਤੁਹਾਡੇ ਕੋਲ ਹੀ ਆਉਣਾ। ਦੈਟ ਮੀਨਸ ਕਿ ਉਹ ਕੀ ਆ, ਦੇਖ ਨਹੀਂ ਸਕਦੇ ਤੁਸੀਂ ਇਹਨੂੰ, ਟੱਚ ਨਹੀਂ ਕਰ ਸਕਦੇ, ਹੈ ਨਾ। ਰੈਪੂਟੇਸ਼ਨ ਨੂੰ ਟੱਚ ਨਹੀਂ ਕਰ ਸਕਦੇ, ਬਟ ਮੂੰਹੋਂ ਸੁਣ ਸਕਦੇ ਜੋ ਕਿ ਹਾਂ ਉਹਦੀ ਰੈਪੂਟੇਸ਼ਨ ਬੜੀ ਵਧੀਆ। ਦੈਟ ਮੀਨਸ ਉਹ ਕੀ ਆ, ਇਨਟੈਂਜੀਬਲ, ਠੀਕ ਹੈ।
उस तो बाद एसेट क्यों आ बच्चे, क्योंकि ਜਿਹੜਾ ਤੁਹਾਡਾ ਕਸਟਮਰ ਇੱਕ ਵਾਰੀ ਬਣ ਗਿਆ, ਗੁੱਡਵਿਲ ਐਸਟ ਕਿਉਂ ਆ, ਉਹਨੇ ਬਾਰ-ਬਾਰ ਤੁਹਾਡੇ ਕੋਲ ਆਉਣਾ ਇਨ ਫਿਊਚਰ, ਭਾਵੇਂ 10 ਸਾਲ ਆਵੇ 20 ਸਾਲ ਆਵੇ, ਇੱਕ ਵਾਰੀ ਤੁਹਾਡਾ ਉਹ ਕਸਟਮਰ ਬਣ ਗਿਆ ਉਹਨੇ ਹਮੇਸ਼ਾ ਤੁਹਾਡੇ ਕੋਲ ਹੀ ਆਉਣਾ, ਕਿਉਂਕਿ ਤੁਹਾਡੀ ਰੈਪੂਟੇਸ਼ਨ ਦਾ ਕਰਕੇ। ਟ੍ਰੇਡਮਾਰਕ ਬੱਚੇ, ਟ੍ਰੇਡਮਾਰਕ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਤੁਸੀਂ ਵੇਖੋ ਕੋਈ ਵੀ ਜਦੋਂ ਤੁਸੀਂ ਕੋਈ ਵੀ ਚੀਜ਼ ਬਾਈ ਕਰਦੇ ਜੋ, ਠੀਕ ਹੈ, ਸੋਨਾ ਵੀ ਬਾਈ ਕਰਦੇ ਜੋ, ਉਹਦੇ ਉੱਤੇ ਲਿਖਿਆ ਹੁੰਦਾ ISI ਮਾਰਕ, ਠੀਕ ਹੈ ਨਾ, ਟ੍ਰੇਡ ਲੱਗਾ ਹੁੰਦਾ ਉਹਦੇ ਉੱਤੇ। ਕਿ ਜਿੱਦਾਂ ਤੁਸੀਂ ਕੋਈ ਵੀ ਆ ਕੁਰਕਰੇ ਬਾਈ ਕਰਦੇ ਜੋ, ਚਿਪਸ ਬਾਈ ਕਰਦੇ ਜੋ, ਉਹਦੇ ਉੱਤੇ ਲਿਖਿਆ ਹੁੰਦਾ ਕੰਪਨੀ ਕਿਹੜੀ ਹੈ, ਠੀਕ ਆ। ਕਿਸੇ ਵੇਲੇ ਤੁਸੀਂ AC ਬਾਈ ਕਰਦੇ ਜੋ, AC ਲੋਇਡ ਲਿਖਿਆ ਹੁੰਦਾ। ਬਟ ਦੇਖੋ ਕੋਈ ਵੀ ਕਾਰ ਹੀ ਬਾਈ ਕਰ ਲਓ, ਕਾਰ ਜਿੱਦਾਂ ਅਲਟੋ ਬਾਈ ਕੀਤੀ ਆ, ਹੈ ਨਾ, ਬਰੇਜ਼ਾ ਬਾਈ ਕੀਤੀ ਆ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿੰਨੀਆਂ ਵੀ ਕਾਰਸ ਆ ਉਹ ਹਰ ਇੱਕ ਬ੍ਰਾਂਡ ਦੇ ਅੰਡਰ ਆਉਂਦੀਆਂ, ਜਿੱਦਾਂ ਅਲਟੋ ਹੋ ਗਈ, ਬਰੇਜ਼ਾ ਹੋ ਗਈ। ਬਰੇਜ਼ਾ ਵੀ ਆਈ ਥਿੰਕ ਸੋ ਮਾਰੂਤੀ ਸੁਜ਼ੂਕੀ ਵਾਲਿਆਂ ਦੀ ਆ, ਆਈ ਥਿੰਕ ਸੋ, ਕਿਉਂਕਿ ਮੈਨੂੰ ਇੰਨੀ ਜਾਣਕਾਰੀ ਨਹੀਂ ਆ ਵੀ ਕਾਰਸ ਦੇ ਬਾਰੇ ਮੈਨੂੰ ਇੰਨਾ ਜ਼ਿਆਦਾ ਜਿਹਨੂੰ ਆਪਾਂ ਕਹਿ ਦਿੰਦੇ ਪਤਾ ਨਹੀਂ। ਬਟ ਜਿਹਨੂੰ ਆਪਾਂ ਕਹਿ ਦਿੰਦੇ ਕਿ ਦੇਖੋ ਟ੍ਰੇਡਮਾਰਕ ਹੀ ਆਪਾਂ ਕਹਿੰਦੇ ਮਾਰੂਤੀ ਵਾਲਿਆਂ ਦੀਆਂ ਜਿਹੜੀਆਂ ਗੱਡੀਆਂ ਉਹ ਜ਼ਿਆਦਾ ਵਧੀਆ ਹੁੰਦੀਆਂ ਨੇ, ਠੀਕ ਹੈ, ਮਾਰੂਤੀ ਵਾਲਿਆਂ ਦੀ। ਸੋ ਦੈਟ ਮੀਨਸ ਟ੍ਰੇਡਮਾਰਕ ਆ, ਉਹ ਕੀ ਆ, ਰੈਪੂਟੇਸ਼ਨ ਆ, ਗੁੱਡਵਿਲ ਉਹਨਾਂ ਦੀ, ਕਿ ਤੁਸੀਂ ਕਹਿੰਦੇ ਜੋ ਕਿ ਮਾਰੂਤੀ ਸੁਜ਼ੂਕੀ ਇੱਕ ਕੰਪਨੀ ਵਧੀਆ ਵਾ, ਦੈਟ ਮੀਨਸ ਕਿ ਆਪਾਂ ਉਹਦੀ ਗੱਡੀ ਲਵਾਂਗੇ ਤਾਂ ਉਹ ਸਾਨੂੰ ਬੈਨੀਫਿਟ ਦਊਗੀ, ਦੈਟ ਮੀਨਸ ਉਹ ਵੀ ਤੁਹਾਡਾ ਕੀ ਐਸੇਟ ਆ, ਬਟ ਉਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਕਾਪੀਰਾਈਟ ਨੂੰ ਟੱਚ ਥੋੜ੍ਹੀ ਕਰ ਸਕਦੇ ਜੋ, ਠੀਕ ਹੈ, ਟ੍ਰੇਡਮਾਰਕ ਨੂੰ, ਠੀਕ ਹੈ। ਕੰਪਿਊਟਰ ਸੋਫਟਵੇਅਰ ਹੋ ਗਿਆ, ਮਾਈਨਿੰਗ ਰਾਈਟਸ, ਮਾਈਨਿੰਗ ਰਾਈਟਸ ਹੁਣ ਜਦੋਂ ਤੁਸੀਂ ਕੋਈ ਵੀ ਤੇਲ, ਮਾਈਨਿੰਗ ਰਾਈਟਸ ਦਾ ਮਤਲਬ ਕੀ ਹੁੰਦਾ ਬੱਚੇ, ਦੇਖੋ ਐਸਿਡ ਆ ਨਾ, ਤੁਸੀਂ ਉਹ ਵੇਚ ਕੇ, ਕੀ ਮਾਈਨਿੰਗ ਦਾ ਮਤਲਬ ਕੀ ਹੁੰਦਾ, ਕੋਲ ਆ ਜਿਹੜਾ ਕੈਰੋਸੀਨ ਆਇਲ ਆ, ਮਾਈਨਿੰਗ ਦੇ ਵਿੱਚੋਂ ਤੁਸੀਂ ਤੇਲ ਵੀ ਕੱਢਦੇ ਜੋ, ਪੈਟਰੋਲ ਵੀ ਕੱਢਦੇ ਜੋ, ਡੀਜ਼ਲ ਵੀ ਕੱਢਦੇ ਜੋ, ਦੈਟ ਮੀਨਸ ਕੀ ਹੋ ਗਿਆ, ਉਹ ਚੀਜ਼ਾਂ ਕੀ ਆ, ਤੁਸੀਂ ਉਹਨਾਂ ਨੂੰ, ਸਰਕਾਰ ਕੋਲ ਉਹ ਰਾਈਟ ਆ, ਉਹ ਰਾਈਟ ਦਾ ਕਰਕੇ ਸਰਕਾਰ ਅਗਲੇ 10-20 ਸਾਲਾਂ ਤੱਕ ਪੈਸਾ ਕਮਾਉਂਦੀ, ਦੈਟ ਮੀਨਸ ਉਹ ਵੀ ਕੀ ਆ, ਇਨਟੈਂਜੀਬਲ ਐਸੇਟ ਆ, ਠੀਕ ਹੈ। ਕਾਪੀਰਾਈਟਸ ਵੀ ਇੱਦਾਂ ਹੀ ਹੁੰਦੇ, ਕਾਪੀਰਾਈਟਸ ਦਾ ਮਤਲਬ ਹੁੰਦਾ ਵਾ ਕਿ ਜਿੱਦਾਂ ਤੁਹਾਡੇ ਤੁਸੀਂ ਚੈਨਲਸ ਦੇ ਉੱਤੇ ਵੇਖਦੇ ਜੋ ਕਿ ਕਾਪੀਰਾਈਟ ਆਹ ਵਾਲੇ ਕੰਪਨੀ ਦਾ ਵਾ, ਜਿੱਦਾਂ ਹੁਣ ਕਲਰਸ ਦੇ ਉੱਤੇ ਕੋਈ ਵੀ ਚੈਨਲ ਵੇਖਦੇ ਜੋ, ਉਹ ਕਹਿ ਦਿੰਦੇ ਨਾ ਕਿ ਜਿਹੜਾ ਕਲਰਸ ਸ਼ੋ ਪ੍ਰੋਡਿਊਸ ਕਰ ਰਿਹਾ ਜਾਂ ਕਲਰਸ 'ਤੇ ਸ਼ੋ ਆ ਰਿਹਾ ਉਹ ਸਟਾਰ ਪਲੱਸ 'ਤੇ ਨਹੀਂ ਆ ਸਕਦਾ, ਜਾਂ ਉਹ ਹੋਰ ਕਿਸੇ 'ਤੇ ਨਹੀਂ ਆ ਸਕਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ZTV 'ਤੇ ਨਹੀਂ ਆ ਸਕਦਾ। ਦੈਟ ਮੀਨਸ ਕਿ ਕਾਪੀਰਾਈਟ ਇੱਕ ਚੈਨਲ ਨੂੰ ਮਿਲਿਆ, ਉਹ ਵੀ ਐਸਟ ਆ ਕਿ ਇੱਕ ਵਾਰੀ ਜਿਹੜਾ ਜੇ ਉਹ ਚੈਨਲ ਇਸ਼ੂ ਕਰ ਰਿਹਾ ਕੋਈ ਸੀਰੀਅਲ, ਦੈਟ ਮੀਨਸ ਕਿ ਉਸ ਚੈਨਲ ਨੂੰ ਕੀ ਹੁੰਦੇ, ਪ੍ਰੋਫਿਟ ਹੁੰਦੇ ਆ। ਗੱਲ ਸਮਝ ਆ ਰਹੀ ਹੈ ਮੇਰੀ? ਸੋ ਇਨਟੈਂਜੀਬਲ ਹੁੰਦੇ ਆ। ਹੁਣ ਗੱਲ ਸੁਣੋ ਮੇਰੀ, ਐਸੈਟਸ ਆ ਜਿਹੜੇ ਪਹਿਲਾਂ ਤੇ ਉਹ ਤਿੰਨਾਂ 'ਚ ਡਿਵਾਈਡ ਹੈ, ਇੱਕ ਨਾਨ ਕਰੰਟ, ਇੱਕ ਕਰੰਟ, ਇੱਕ ਫਿਕਟੀਸ਼ੀਅਸ। ਨਾਨ ਕਰੰਟ ਕਿੰਨਿਆਂ 'ਚ, ਨਾਨ ਕਰੰਟ ਕਾਹ 'ਚ ਡਿਵਾਈਡ ਆ, ਫਿਕਸ ਐਸੈਟਸ, ਐਂਡ ਫਿਕਸ ਐਸੈਟਸ ਕਿੰਨਿਆਂ 'ਚ ਡਿਵਾਈਡ, ਇੱਕ ਟੈਂਜੀਬਲ ਤੇ ਦੂਜਾ ਕਾਹਦੇ ਵਿੱਚ ਆ, ਇਨਟੈਂਜੀਬਲ, ਠੀਕ ਹੈ। ਹੁਣ ਬੱਚੇ ਕਰੰਟ ਐਸੈਟਸ, ਹੁਣ ਪਹਿਲਾਂ ਆਪਾਂ ਨਾਨ ਕਰੰਟ ਪੜ੍ਹ ਲੈਣਾ, ਹੁਣ ਆਪਾਂ ਕਿਹੜਾ ਪੜ੍ਹਾਂਗੇ, ਕਰੰਟ ਐਸੈਟਸ ਕਿਹੜੇ ਹੁੰਦੇ ਆ। ਥੀਸ ਆਰ ਐਸੈਟਸ ਆਫ ਏ ਕੰਪਨੀ ਵਿਚ ਆਰ ਰੀਜ਼ਨੇਬਲੀ ਐਕਸਪੈਕਟਡ ਟੂ ਬੀ ਰਿਲੀਜ਼ਡ ਇਨ ਕੈਸ਼ ਆਰ ਸੋਲਡ ਔਰ ਕੰਜ਼ਿਊਮਡ ਡਿਊਰਿੰਗ ਦ ਨਾਰਮਲ ਆਪਰੇਟਿੰਗ ਸਾਈਕਲ ਆਫ ਦ ਬਿਜ਼ਨਸ, ਯੂਜ਼ਲੀ 1 ਈਅਰ। ਬੱਚੇ ਕਰੰਟ ਐਸੈਟਸ ਉਹ ਵਾਲੇ ਐਸੈਟਸ ਹੁੰਦੇ ਆ ਕਿ ਜਿਹੜੇ ਆਪਾਂ 1 ਸਾਲ ਦੇ ਵਿੱਚ ਜਿਹੜੇ ਕਨਵਰਟ ਕਾਹਦੇ ਵਿੱਚ ਹੋ ਜਾਂਦੇ ਆ, ਪੈਸੇ ਦੇ ਵਿੱਚ ਹੋ ਜਾਂਦੇ, ਠੀਕ ਹੈ, 1 ਸਾਲ ਦੇ ਵਿੱਚ। ਤੇ ਨਾਨ ਕਰੰਟ ਹੁੰਦੇ ਕਿ ਜਿਹੜੇ ਆਪਾਂ ਬਹੁਤ ਸਾਲ ਯੂਜ਼ ਕਰਨੇ ਹੁੰਦੇ ਆ, ਕਿ ਗਾੜੀ ਉਹਨੂੰ ਰੀਸੇਲ ਨਹੀਂ ਕਰਨਾ। ਬਟ ਕਰੰਟ ਐਸੈਟਸ ਨੂੰ ਆਪਾਂ ਕੀ ਕਰ ਦਿੰਦੇ ਆ, 1 ਸਾਲ ਦੇ ਵਿੱਚ ਸੇਲ ਕਰਕੇ ਉਹਨਾਂ ਤੋਂ ਕੀ ਕਮਾ ਲੈਂਦੇ ਆ, ਪੈਸਾ ਕਮਾ ਲੈਂਦੇ ਆ। ਗੱਲ ਸਮਝ ਆ ਗਈ ਮੇਰੀ ਗੱਲ ਦੀ? ਠੀਕ ਹੈ, ਕਹਿੰਦੇ ਕਿ ਉਹ ਵਾਲੇ ਐਸੈਟਸ ਜਿਨ੍ਹਾਂ ਨੂੰ ਆਪਾਂ 1 ਸਾਲ ਦੇ ਵਿੱਚ ਸੇਲ ਕਰਕੇ ਉਹਨਾਂ ਤੋਂ ਕੀ ਕਮਾ ਲੈਂਦੇ ਆ, ਪੈਸਾ ਕਮਾ ਲੈਂਦੇ ਆ। ਸੱਚ ਐਸੈਟਸ ਇਨਕਲੂਡ ਕੈਸ਼, ਠੀਕ ਆ, ਕੈਸ਼ ਹੋ ਗਿਆ, ਸੰਡਰੀ ਡੈਟਰਸ, ਕਸਟਮਰ ਨੂੰ ਆਪਾਂ ਇਹ ਥੋੜ੍ਹੀ ਕਹਿੰਦੇ ਤੂੰ ਮੈਂ 10 ਸਾਲ ਬਾਅਦ ਪੈਸਾ ਵਾਪਸ ਕਰ ਦੀ, ਕਸਟਮਰ ਨੂੰ 1 ਮਹੀਨੇ ਦਾ 2 ਮਹੀਨੇ ਦਾ ਕਹਿੰਦੇ ਨਾ ਕਿ ਮੈਨੂੰ 1 ਮਹੀਨੇ ਬਾਅਦ ਪੈਸਾ ਵਾਪਸ ਕਰ ਦਿਓ, 2 ਮਹੀਨੇ ਬਾਅਦ। ਬਿਲਸ ਰਿਸੀਵੇਬਲ ਵੀ ਇੱਦਾਂ ਹੁੰਦਾ ਕਿ ਤੁਸੀਂ ਬਿੱਲ ਘੱਟ ਕੇ ਦਿੰਦੇ ਜੋ ਕਿਸੇ ਨੂੰ, ਤਾਂ ਉਹਨੂੰ ਕਹਿ ਦਿੰਦੇ ਤੁਸੀਂ ਮੈਨੂੰ 2 ਮਹੀਨੇ ਬਾਅਦ ਪੈਸਾ ਦੇ ਦਿਓ, ਠੀਕ ਹੈ। ਸ਼ਾਰਟ ਟਰਮ ਇਨਵੈਸਟਮੈਂਟ ਤੁਸੀਂ 6 ਮਹੀਨੇ ਦੀ ਕਿਤੇ RD ਕਰਵਾਈ ਆ, ਦੈਟ ਮੀਨਸ ਉਹ ਵੀ ਕੀ ਆ, 6 ਮਹੀਨੇ ਬਾਅਦ ਤੁਹਾਨੂੰ ਪੈਸਾ ਆਣਾ, 1 ਸਾਲ ਦੇ ਵਿੱਚ ਆ ਜਾਣਾ ਨਾ। 1 ਸਾਲ ਦੇ ਵਿੱਚ ਜਿਹੜਾ ਪੈਸਾ ਤੁਸੀਂ ਚੀਜ਼ ਸੈੱਲ ਕਰਕੇ ਪੈਸਾ ਕਮਾ ਲੈਂਦੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕਰੰਟ ਐਸੈਟਸ, ਠੀਕ ਹੈ। ਗੌਰਮੈਂਟ ਬੌਂਡਸ ਜੇ 1 ਸਾਲ ਦੇ ਵਿੱਚ ਆ ਤੁਸੀਂ ਇਨਵੈਸਟ ਕੀਤਾ ਪੈਸਾ ਗੌਰਮੈਂਟ ਬੌਂਡਸ ਦੇ ਵਿੱਚ, ਤਾਂ ਦੈਟ ਮੀਨਸ ਕਿ 1 ਸਾਲ ਦੇ ਵਿੱਚ ਤੁਹਾਨੂੰ ਵੇਚ ਕੇ ਕੀ ਮਿਲ ਜਾਣੇ, ਪੈਸਾ ਮਿਲ ਜਾਣਾ, ਠੀਕ ਹੈ। ਇਨਵੈਂਟਰੀਜ਼ ਐਂਡ ਪ੍ਰੀਪੇਡ ਐਕਸਪੈਂਸਿਸ। ਹੁਣ ਫਿਕਟੀਸ਼ੀਅਸ ਐਸੈਟਸ ਕੀ ਹੁੰਦੇ ਆ? ਫਿਕਟੀਸ਼ੀਅਸ ਐਸੈਟਸ ਬੱਚੇ ਦੋਸ ਐਸੈਟਸ ਵਿਚ ਡੂ ਨਾਟ ਹੈਵ ਐਨੀ ਫਿਜ਼ੀਕਲ ਫਾਰਮ ਐਂਡ ਆਲਸੋ ਡੂ ਨਾਟ ਹੈਵ ਐਨੀ ਰੀਅਲ ਵੈਲਿਊ ਆਰ ਨੋਨ ਐਜ਼ ਫਿਕਟੀਸ਼ੀਅਸ ਐਸੈਟਸ। ਥੀਸ ਐਸੈਟਸ ਆਰ ਆਲਸੋ ਨੋਨ ਐਜ਼ ਅ ਡੈਫਰਡ ਰੈਵਨਿਊ ਐਕਸਪੈਂਡੀਚਰ। ਕਹਿੰਦੇ ਕਿ ਫਿਕਟੀਸ਼ੀਅਸ ਐਸੈਟਸ ਦਾ ਦੂਜਾ ਨਾਮ ਕੀ ਆ, ਡੈਫਰਡ ਰੈਵਨਿਊ ਐਕਸਪੈਂਡੀਚਰ ਆ। ਤੇ ਕਹਿੰਦੇ ਕਿ ਇਹਨਾਂ ਦੀ ਕੋਈ ਫਿਜ਼ੀਕਲ ਫਾਰਮ ਨਹੀਂ ਹੁੰਦੀ, ਕਿ ਇਹਨਾਂ ਦੀ ਕੋਈ ਆਪਾਂ ਇਹਨਾਂ ਨੂੰ ਵੇਖ ਨਹੀਂ ਸਕਦੇ, ਕੁਝ ਨਹੀਂ ਹੈ, ਕਿ ਫਾਰਮ ਨਹੀਂ ਹੈਗੀ ਇਹਨਾਂ ਦੀ, ਠੀਕ ਹੈ। ਥੀਸ ਐਸੈਟਸ ਇਨਕਲੂਡ ਪ੍ਰੀਲਿਮਿਨਰੀ ਐਕਸਪੈਂਸਿਸ, ਐਡਵਰਟੀਜ਼ਮੈਂਟ ਐਕਸਪੈਂਸਿਸ, ਲਾਸ ਔਰ ਡਿਸਕਾਊਂਟ ਔਨ ਇਸ਼ੂ ਆਫ ਸ਼ੇਅਰਸ ਐਕਸੈਟਰਾ। ਬੱਚੇ ਇਹਦੇ ਵਿੱਚ ਮੇਨ ਐਗਜ਼ਾਮਪਲ ਆਉਂਦੀ ਐਡਵਰਟੀਜ਼ਮੈਂਟ ਐਕਸਪੈਂਸਿਸ। ਫਿਕਟੀਸ਼ੀਅਸ ਐਸੈਟਸ ਦੇ ਵਿੱਚ ਮੇਨ ਐਗਜ਼ਾਮਪਲ ਕਾਹਦੀ ਹੈ, ਐਡਵਰਟੀਜ਼ਮੈਂਟ ਸਸਪੈਂਸ ਦੀ। ਉਹਦੇ ਵਿੱਚ ਕਿੱਦਾਂ ਬੱਚੇ ਦੇਖੋ, ਅੱਜ ਕੰਪਨੀਆਂ, ਜੇ ਤੁਸੀਂ ਮੰਨ ਕੇ ਚਲੋ ਲਕਸ ਵਾਲੀ ਕੰਪਨੀ ਦੇਖੋ, ਲਕਸ ਦੀ ਕੰਪਨੀ ਨੇ ਕਿੰਨੀਆਂ ਵੱਡੀਆਂ ਐਕਟਰਸ ਨੂੰ ਹਾਇਰ
ਹੈ ਨਾ। ਪਹਿਲਾਂ ਐਸ਼ਵਰਿਆ ਰਾਏ ਹੁੰਦੀ ਸੀ, ਫਿਰ ਪਹਿਲਾਂ ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ, ਹੁਣ ਦੀਪਿਕਾ ਪਾਦੂਕੋਣ, ਹੈ ਨਾ। ਦੈਟ ਮੀਨਸ ਕਿ ਉਹ ਕਿੰਨੇ ਪੈਸੇ ਲੈਂਦੀਆਂ ਐਡਵਰਟੀਜ਼ਮੈਂਟ ਕਰਨ ਦੀਆਂ। ਅਤੇ ਇਹਦਾ ਮਤਲਬ ਕੀ ਹੋਗਾ ਕਿ ਕੰਪਨੀ ਨੇ, ਲਕਸ ਵਾਲਿਆਂ ਨੇ ਅੱਜ ਜੇ ਸੈਲੀਬ੍ਰਿਟੀ ਉਹਨੂੰ ਦੀਪਿਕਾ ਪਾਦੂਕੋਣ ਨੂੰ 2 ਕਰੋੜ ਦਿੱਤਾ, 2 ਕਰੋੜ ਦਿੱਤਾ ਨਾ ਉਹਨੂੰ ਕੀ ਕਰਨ ਲਈ ਐਡ, ਕਿ ਤੁਸੀਂ ਸਾਡੀ ਐਡ ਕਰੋ ਤਾਂ ਅਸੀਂ ਤੁਹਾਨੂੰ 2 ਕਰੋੜ ਰੁਪਈਆ ਦੇਵਾਂਗੇ, ਕਿਉਂਕਿ ਘੱਟ ਤੇ ਉਹ ਮੰਨਦੀਆਂ ਹੀ ਨਹੀਂ ਆ, ਠੀਕ ਆ। 2 ਕਰੋੜ ਦਿੱਤਾ ਉਹਨਾਂ ਨੂੰ, ਦੈਟ ਮੀਨਸ ਕਿ ਉਹ ਕਿੰਨੇ ਸਾਲਾਂ 'ਚ ਗਾੜੀ ਜਾ ਕੇ ਪੂਰਾ ਹੋਣਾ ਪੈਸਾ। ਗੱਲ ਸਮਝ ਆ ਰਹੀ ਹੈ। ਖਰਚਾ ਤੁਸੀਂ ਅੱਜ ਕਰਤਾ, ਫਿਕਟੀਸ਼ੀਅਸ ਐਸੈਟਸ ਹੁੰਦੇ ਕਿ ਖਰਚਾ ਤੁਸੀਂ ਅੱਜ ਕਰਤਾ ਉਹਦੇ ਉੱਤੇ, ਬਟ ਤੁਹਾਨੂੰ ਉਹਦਾ ਬੈਨੀਫਿਟ ਕਦੋਂ ਮਿਲਣਾ, ਆਉਂਦੇ 10-20 ਸਾਲਾਂ ਦੇ ਵਿੱਚ। ਲਕਸ ਤੇ ਇੱਕ ਵਾਰੀ ਐਡ ਬਣਾਤੀ, ਦੈਟ ਮੀਨਸ ਕਿ ਉਹ ਵੇਖ ਕੇ ਲੋਕਾਂ ਨੇ ਤੁਹਾਡਾ ਲਕਸ ਬਾਏ ਕਰਨਾ ਵਾ, ਅਤੇ ਉਹ ਤੁਸੀਂ ਪੈਸੇ ਕਦੋਂ ਪੂਰੇ ਕਰਨੇ, ਆਉਣ ਵਾਲੇ 5, 6, 7, 8, 9, 10 ਸਾਲਾਂ ਦੇ ਵਿੱਚ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਫਿਕਟੀਸ਼ੀਅਸ ਐਸੈਟ ਕਿਉਂ ਕਿਹਾ ਗਿਆ ਕਿ ਖਰਚਾ ਅੱਜ ਕਰਤਾ। ਐਡਵਰਟੀਜ਼ਮੈਂਟ ਖਰਚਾ ਵਾ, ਬਟ ਕਿਉਂ ਕਿਹਾ ਗਿਆ ਕਿ ਅੱਜ ਖਰਚਾ ਕਰਤਾ ਬਟ ਉਹਦਾ ਬੈਨੀਫਿਟ ਮਿਲਣਾ ਵਾ। ਜਿਹੜੀ ਚੀਜ਼ ਬੈਨੀਫਿਟ ਮਿਲੂਗੀ ਅਗਲੇ ਆਉਂਦੇ ਸਾਲਾਂ 'ਚ, ਉਹ ਤੁਹਾਡਾ ਹਮੇਸ਼ਾ ਕੀ ਆ, ਐਸੈਟ। ਖਰਚਾ ਅੱਜ ਕਰਤਾ ਬਟ ਉਹਦੇ ਉੱਤੇ ਤੁਹਾਨੂੰ ਬੈਨੀਫਿਟ ਆਉਂਦੇ 10 ਸਾਲਾਂ 'ਚ, 5 ਸਾਲਾਂ 'ਚ ਜਿਹੜਾ ਉਹਨੂੰ ਬੈਨੀਫਿਟ ਮਿਲਣਾ, ਉਹ 'ਚੋਂ ਪ੍ਰੋਫਿਟ ਹੋਣਾ, ਉਹ ਤੁਹਾਡਾ ਕੀ ਆ, ਐਸੈਟ ਆ। ਦੈਟ ਮੀਨਸ ਫਿਕਟੀਸ਼ੀਅਸ ਐਸੈਟ ਦੇ ਵਿੱਚ ਮੇਨ ਐਗਜ਼ਾਮਪਲ ਕਾਹਦੀ ਆਉਂਦੀ ਹੈ, ਐਡਵਰਟੀਜ਼ਮੈਂਟ 'ਤੇ, ਕਿ ਐਡਵਰਟੀਜ਼ਮੈਂਟ 'ਤੇ ਤੁਸੀਂ ਖਰਚਾ ਪਹਿਲਾਂ ਕਰਦੇ ਜੋ, ਅਤੇ ਬਾਅਦ 'ਚੋਂ ਤੁਹਾਨੂੰ ਲੋਕ ਉਹ ਐਡਵਰਟੀਜ਼ਮੈਂਟ ਵੇਖ ਕੇ ਤੁਹਾਡਾ ਚੀਜ਼ ਬਾਏ ਕਰਦੇ, ਪ੍ਰੋਡਕਟ ਬਾਏ ਕਰਦੇ ਆ। ਪ੍ਰੋਡਕਟ ਬਾਏ ਜਦੋਂ ਹੋ ਜਾਂਦਾ, ਫਿਰ ਜਿਹੜਾ ਉੱਤੇ ਪ੍ਰੋਫਿਟ ਆਉਂਦਾ ਉਹ ਤੁਹਾਡਾ ਕੀ ਬਣ ਜਾਂਦਾ, ਐਸੈਟ ਬਣ ਜਾਂਦਾ। ਗੱਲ ਸਮਝ ਆ ਰਹੀ ਹੈ। ਮੇਨ ਐਗਜ਼ਾਮਪਲ ਇਹਦੇ ਵਿੱਚ ਐਡਵਰਟੀਜ਼ਮੈਂਟ ਦੀ ਆਉਣੀ ਹੈ, ਜਿਹੜੀ ਜ਼ਿਆਦਾ ਤੁਹਾਨੂੰ ਸਮਝ ਆ ਸਕਦੀ ਹੈ, ਠੀਕ ਹੈ। ਐਡਵਰਟੀਜ਼ਮੈਂਟ ਫਿਕਟੀਸ਼ੀਅਸ ਐਸੈਟਸ differ from intangible assets in one sense that whereas intangible assets may have a real value but fictitious assets will never have any real market value and fictitious assets should be written off as early as possible। ਬੱਚੇ ਕਹਿੰਦਾ ਕਿ ਫਿਕਟੀਸ਼ੀਅਸ ਐਸੈਟਸ ਆ ਜਿਹੜੇ ਇਨਟੈਂਜੀਬਲ ਐਸੈਟਸ ਦੇ ਨਾਲੋਂ ਵੱਖਰੇ ਹੁੰਦੇ ਆ। ਕਿਉਂ ਵੱਖਰੇ ਹੁੰਦੇ ਆ? ਕਿਉਂਕਿ ਕਹਿੰਦੇ ਕਿ ਇਹਨਾਂ ਦੀ ਕੋਈ ਰੀਅਲ ਵੈਲਿਊ ਨਹੀਂ ਹੁੰਦੀ। ਹੁਣ ਦੇਖੋ ਰੀਅਲ ਵੈਲਿਊ ਕਿਉਂ ਨਹੀਂ ਆ, ਕਿ ਤੁਸੀਂ ਅੱਜ ਆਹ ਚੀਜ਼ ਟ੍ਰੇਡ ਮਾਰਕ ਬਾਏ ਕੀਤਾ, ਮਾਈਨਿੰਗ ਰਾਈਟ ਬਾਏ ਕੀਤਾ, ਤੁਹਾਨੂੰ ਪਤਾ ਕਿ ਤੁਸੀਂ 1 ਲੱਖ ਦਾ ਬਾਏ ਕੀਤਾ ਜਾਂ 2 ਲੱਖ ਦਾ ਬਾਏ ਕੀਤਾ, ਤੁਹਾਨੂੰ ਪਤਾ ਕਿ ਜਦੋਂ ਤੁਸੀਂ ਤੇਲ, ਹੈ ਨਾ, ਵੀ ਜਦੋਂ ਤੇਲ ਵੇਚਿਆ ਤੁਹਾਨੂੰ ਪੈਸੇ ਆ ਹੀ ਜਾਣੇ ਆ। ਬਟ ਇਹਦੇ ਵਿੱਚ ਤੁਹਾਨੂੰ ਇੰਨਾ ਪਤਾ ਵਾ ਕਿ ਅੱਜ ਮੈਂ ਭਾਵੇਂ 2 ਕਰੋੜ ਲਾਤਾ ਵਾ, ਬਟ ਇਹ ਨਹੀਂ ਕਿ ਤੁਹਾਡਾ ਪ੍ਰੋਡਕਟ ਚੱਲੂਗਾ। ਪ੍ਰੋਡਕਟ ਜੇ ਨਾ ਚੱਲਿਆ ਤਾਂ 2 ਕਰੋੜ ਰੁਪਇਆ ਕੀ ਹੋ ਗਿਆ, ਵੇਸਟ ਹੋ ਗਿਆ। ਗੱਲ ਸਮਝ ਆਈ? ਦੈਟਸ ਵਾਏ ਇਹਦੇ ਉੱਤੇ ਤੁਹਾਨੂੰ ਗਰੰਟੀ ਨਹੀਂ ਹੁੰਦੀ, ਇਹ 'ਚ ਗਰੰਟੀ ਨਹੀਂ ਹੈ ਕਿ ਤੁਹਾਨੂੰ ਪ੍ਰੋਫਿਟ ਹੋਊਗਾ। ਸਮਝ ਆਈ? ਤੁਸੀਂ ਖਰਚਾ ਤੇ ਅੱਜ ਕਰਦਾ, ਬਟ ਤੁਸੀਂ ਪੋਸੀਬਿਲਿਟੀ ਇਹੀ ਰੱਖਦੇ ਜੋ ਕਿ ਤੁਹਾਨੂੰ ਪ੍ਰੋਫਿਟ ਹੋਊਗਾ, ਬਟ ਤੁਹਾਡੇ ਕੋਲ ਹਮੇਸ਼ਾ ਕਦੀ ਵੀ ਗਰੰਟੀ ਨਹੀਂ ਹੈਗੀ ਕਿ ਤੁਹਾਨੂੰ ਪ੍ਰੋਫਿਟ ਹੋਊਗਾ ਜਾਂ ਲੋਸ ਹੋਊਗਾ, ਠੀਕ ਆ ਬੱਚੇ। ਦੈਟਸ ਆਲ ਫॉर ਟੂਡੇ। ਥੈਂਕ ਯੂ ਸਟੂਡੈਂਟਸ।